ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਇੱਕ ਮੰਗ ਪੱਤਰ ਲਿਖਿਆ ਗਿਆ ਅਤੇ ਡਰੱਗ ਮਾਫੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਡੀਜੀਪੀ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਦੀ ਵੀ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਡੀਜੀਪੀ ਦਫ਼ਤਰ ਦੇ ਬਾਹਰ ਵੱਡੇ ਇਕੱਠ ਦੇ ਨਾਲ ਧਰਨੇ ਪ੍ਰਦਰਸ਼ਨਾਂ ਤੇ ਬੈਠ ਜਾਵਾਂਗਾ। ਡੀਜੀਪੀ ਨੂੰ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਸਰ ਜਿਹੜਾ ਇੱਕ ਟੂਰਿਸਟ ਪਲੇਸ ਹੈ, ਇੱਥੇ ਧਾਰਮਿਕ ਆਸਥਾ ਦੇ ਨਾਲ ਲੋਕ ਆਉਂਦੇ ਨੇ, ਪਵਿੱਤਰ ਸ਼ਹਿਰ ਹੈ ਔਰ ਇੱਥੇ ਡਰੱਗਸ ਦੀ ਔਰ ਜਿਹੜਾ ਦੜਾ ਸਿੱਟਾ ਬਹੁਤ ਵੱਡੇ ਪੱਧਰ ਤੇ ਜਿਹੜਾ ਸਲਮ ਏਰੀਆ ਉਹਨਾਂ 'ਚ ਚੱਲ ਰਿਹਾ, ਉਹਨੂੰ ਹਰ ਹਾਲਤ ਬੰਦ ਕੀਤਾ ਜਾਵੇ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਪ੍ਰੋਬਲਮ ਜਿਹੜੀ ਮੈਂ ਲਗਾਤਾਰ ਕਮਿਸ਼ਨਰ ਆਫ ਪੁਲਿਸ ਨੂੰ ਹਰ ਵਾਰੀ ਕਹਿੰਦਾ, ਪਰ ਕਮਿਸ਼ਨਰ ਆਫ ਪੁਲਿਸ ਜਿਹੜਾ ਵੀ ਕੋਈ ਨਵਾਂ ਲੱਗਾ ਹੈ ਹਰ ਇੱਕ ਨੂੰ ਚੇਤਾ ਕਰਾਈਦਾ ਕਿ ਇਹ ਮੁਸ਼ਕਿਲ ਬਹੁਤ ਵੱਡੀ ਹੈ, ਪਰ ਉਹ ਇਸ ਗੱਲ ਨਾਲ ਹੀ ਚਲਾ ਦਿੰਦੇ ਆ ਕਿ ਇਹ ਜਿਹੜਾ ਅਸੀਂ ਕਰ ਰਹੇ ਹਾਂ ਜੀ ਇੱਥੇ ਕੰਮ ਹੋ ਰਿਹਾ ਹੁੰਦਾ ਕੀ ਆ, ਛੋਟੇ ਛੋਟੇ ਜਿਹੜੇ ਪੈਡਲਰ ਆ ਜਾਂ ਜਿਹੜੇ ਨਿੱਕੇ ਮੋਟੇ ਉਹਨਾਂ ਨੂੰ ਫੜ ਕੇ ਪਰਚਾ ਦੇ ਕੇ ਅੰਦਰ ਘਰ ਦਿੱਤਾ ਜਾਂਦਾ। ਤੇ ਪਰਚੇ ਵੀ ਇੱਦਾਂ ਦੇ ਮਤਲਬ ਹੇਠਲੀ ਪੁਲਿਸ, ਕਿਉਂਕਿ ਸਾਰੇ ਰਲੇ ਨੇ, ਇਹ 'ਚ ਕੋਈ ਦੋ ਰਾਏ ਨਹੀਂ, ਮੈਂ ਇਹ ਔਨ ਰਿਕਾਰਡ ਕਹਿ ਰਿਹਾ। ਔਰ ਉਹ ਹੇਠਲੇ ਪੱਧਰ 'ਤੇ ਜਦੋਂ ਪੁਲਿਸ ਪਰਚਾ ਦੇ ਕੇ ਘੱਲਦੀ ਹੈ ਉਹ ਛੁੱਟ ਕੇ ਬਾਹਰ ਆ ਜਾਂਦੇ ਆ। ਅਤੇ ਜੇ ਤੁਹਾਨੂੰ ਇਹ ਪਤਾ ਹੈ ਕਿ ਇੱਥੇ ਸਾਰਾ ਕੁਝ ਹੋ ਰਿਹਾ, ਨੱਕ ਦੇ ਥੱਲੇ ਹੁੰਦਾ, ਫਿਰ ਇਹ ਨਹੀਂ ਕਹਿ ਸਕਦੇ। ਪੁਲਿਸ ਦੇ ਬਿਲਕੁਲ ਚੰਦ ਕਦਮਾਂ ਦੇ ਉੱਤੇ ਸਾਰਾ ਕੁਝ ਹੁੰਦਾ। ਜਿਹੜੇ ਬੰਦੇ ਕਰਦੇ ਉਹਨੂੰ ਪੁਲਿਸ ਕੋਲ ਬੜੇ ਟੌਰ ਨਾਲ ਉਹਨਾਂ ਕੋਲ ਜਾ ਕੇ ਬਹਿੰਦੇ ਵੀ ਹੈ। ਇਹ ਮੁੜ ਕੇ ਕਈ ਅਫਸਰ ਜਿਹੜੇ ਉਹਨਾਂ ਦੇ ਨਾਲ ਮਤਲਬ ਚਾਹ ਪਾਣੀ ਵੀ ਉਹਨਾਂ ਦਾ ਚੰਗਾ ਚੱਲਦਾ ਹੈ। ਸੋ ਇਹ ਮੁੜ ਕੇ ਫਿਰ ਉਹ ਜਿਹੜਾ ਸਾਰਾ ਤੰਤਰ ਹੈ ਉਹ ਪੁਲਿਸ ਨੂੰ ਸਾਰਾ ਪਤਾ ਹੈ, ਪਰ ਇਹ ਮੇਨ ਜਿਹੜਾ ਬੰਦਾ ਜਿਹੜਾ ਸਪਲਾਈ ਕਰ ਰਿਹਾ ਅੰਮ੍ਰਿਤਸਰ ਨੂੰ, ਫਰਜ਼ ਕਰੋ ਅੰਮ੍ਰਿਤਸਰ ਹੀ ਹੈ। ਅੰਮ੍ਰਿਤਸਰ ਇੱਕ ਬਾਰਡਰ ਡਿਸਟ੍ਰਿਕਟ 'ਤੇ ਹੈ। ਸਾਡੇ ਗਰੀਬ ਘਰਾਂ ਦੇ ਬੱਚੇ ਇਹਨਾਂ ਸਿਸਟਮ ਦੇ ਵਿੱਚ ਲੱਗੇ ਨੇ ਔਰ ਬੜੀ ਮੁਸ਼ਕਿਲ ਦੇ ਵਿੱਚ ਨੇ ਸਾਰੇ ਗਰੀਬ ਘਰਾਂ ਦੇ ਬੱਚੇ, ਔਰ ਮੀਡੀਅਮ ਤਬਕੇ ਦੇ ਲੋਕ ਦੜਾ ਸੱਟਾ ਖੇਡਣ ਲਾਤੇ ਨਿਆਣੇ ਨਿੱਕੇ ਨਿੱਕੇ। ਮੈਂ ਆਪਣੇ ਪਿੰਡ ਦੀ ਤੁਹਾਨੂੰ ਗੱਲ ਕਰ ਰਿਹਾ ਔਨ ਰਿਕਾਰਡ ਕਿ ਉੱਥੇ ਹੀ ਮਤਲਬ ਕਮਿਸ਼ਨਰ ਆਫ ਪੁਲਿਸ ਨੂੰ ਕਹੀਦਾ ਜੀ, ਮੈਨੂੰ ਉਹ ਕਹਿ ਦਿੰਦੇ ਆ ਹਾਂ ਕਰ ਰਹੇ ਜੀ, 2 ਦਿਨ ਵਾਸਤੇ ਬੰਦ ਹੁੰਦਾ। ਅਸੀਂ ਕਹਿੰਦੇ ਕਿ ਚੇਨ ਤੋੜੋ, ਜਿਹੜਾ ਬੰਦਾ ਵੀ ਜਿਹੜੇ ਦੜਾ ਹੱਟਾ ਲਵਾਉਂਦਾ ਤੁਹਾਨੂੰ ਫੜ ਕੇ ਅੰਦਰ ਦਿਓਗਾ। ਉਹ ਕਿੱਡਾ ਕੁ ਵੱਡਾ ਬੰਦਾ ਜਿਹੜਾ ਕਾਨੂੰਨ ਤੋਂ ਉੱਤੇ ਹੈ, ਜਿਹਨੂੰ ਤੁਸੀਂ ਹੱਥ ਨਹੀਂ ਪਾਉਣਾ ਚਾਹੁੰਦੇ, ਜਾਂ ਤਾਂ ਫਿਰ ਤੁਹਾਡੇ 'ਚ ਕਮਜ਼ੋਰੀ ਹੈ ਕੋਈ। ਜੇ ਬੰਦਾ ਵੱਡਾ ਹੈ ਤਾਂ ਤੁਸੀਂ ਔਨ ਰਿਕਾਰਡ ਦੱਸੋ। ਤੁਸੀਂ ਤੇ ਵੱਡੇ ਅਫਸਰ ਤੁਸੀਂ ਤਾਂ ਲੱਗੇ ਰਹਿਣਾ, ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਘੱਟੋ ਘੱਟ ਗੁਰੂ ਨਗਰੀ ਨਾਲ ਤੇ ਮਤਲਬ ਨਿਆਂ ਕਰ ਦਿਓ ਨਾ, ਬਰਾਬਰ ਗੁਰੂ ਰਾਮਦਾਸ ਦੇ ਨਾਲ ਤੇ ਨਿਆਂ ਕਰ ਦਿਓ। ਦੱਸ ਦਿਓ, ਔਨ ਰਿਕਾਰਡ ਦੱਸੋ ਤੁਸੀਂ ਜਾਂ ਫਲਾਣਾ ਬੰਦਾ, ਭਾਵੇਂ ਕੋਈ ਮੇਰੇ ਲਾਗੇ ਉਹਦਾ ਵੀ ਨਾਂ ਲਓ, ਜਿਹਦੇ ਵੀ ਲਾਗੇ ਬੰਦੇ ਦਾ ਨਾਂ ਲਓ। ਪਰ ਜੇ ਇਹ ਤੁਹਾਨੂੰ ਬੰਦ ਕਰਨਾ ਪਊ, ਅੱਖਾਂ ਮੀਟਿਆਂ ਇਹ ਕੰਮ ਨਹੀਂ ਚੱਲਣਾ। ਅੱਜ ਪੰਜਾਬ ਦੀ ਪੁਲਿਸ ਜਿਹੜੀ ਆ, ਤੁਸੀਂ ਔਨ ਰਿਕਾਰਡ ਚੈੱਕ ਕਰ ਲਓ ਗੂਗਲ 'ਤੇ ਜਾ ਕੇ IPF ਤੋਂ, ਕਿ ਸਾਡਾ ਰੈਂਕ ਜਿਹੜਾ ਉਹ ਹੇਠਲੇ 5 ਸਟੇਟਾਂ ਨਾਲ ਆ ਗਿਆ, ਜਿਹੜੇ ਯੂਪੀ, ਬਿਹਾਰ, ਝਾਰਖੰਡ, ਜਿਹੜੇ ਕਰਪਟ ਪੁਲਿਸ ਸਿਸਟਮ ਹੈ। ਜਿਹੜਾ ਉੱਪਰਲਾ ਜਿਵੇਂ ਹੁਣ ਬੈਸਟ ਜਿਹੜੇ ਪੁਲਿਸ ਸਟੇਟ ਨੇ ਉਹ ਸਿੱਕਮ ਹੋ ਗਿਆ, ਅਸਾਮ ਹੋ ਗਿਆ, ਕੇਰਲਾ ਹੋ ਗਿਆ ਔਰ ਆਂਧਰਾ ਪ੍ਰਦੇਸ਼ ਹੋ ਗਿਆ। ਦੇਖੋ ਉਹ ਸਟੇਟ ਜਿਹੜੇ ਨੂੰ ਬੈਸਟ ਪੁਲਿਸ ਜਿਹੜਾ ਐਡਮਿਨਿਸਟ੍ਰੇਸ਼ਨ ਉੱਥੇ ਆ ਰਿਹਾ, ਅਤੇ ਆਪਾਂ ਨੂੰ ਕੀ ਪ੍ਰੋਬਲਮ ਹੈ। ਉਹ ਇੱਕ ਟਾਰਗੇਟ ਲੈ ਕੇ ਚੱਲੇ ਨੇ। ਮੈਂ ਚਿੱਠੀ ਦੇ ਵਿੱਚ ਬਕਾਇਦਾ ਇਹਨਾਂ ਨੂੰ ਉਦਾਹਰਨ ਦਿੱਤੀ ਹੈ ਕਿ ਇਹਨਾਂ ਸਟੇਟਾਂ ਦੇ ਵਿੱਚ ਉਹ ਟਾਰਗੇਟ ਲੈ ਕੇ ਚੱਲੇ ਨੇ 3 ਮਹੀਨੇ ਦਾ, ਵੀ ਇਹ ਪ੍ਰੋਬਲਮ ਅਸੀਂ ਉੱਥੇ ਖਤਮ ਕਰਨੀਆਂ ਨੇ। ਔਰ DGP ਟਾਰਗੇਟ ਲੈਂਦਾ ਹੈ। ਦੇਖੋ ਥੱਲੇ ਸਾਰਾ ਕੁਝ ਜਦੋਂ DGP ਨੇ ਇਹਨਾਂ ਨੂੰ ਖਿੱਚ ਲਿਆ ਤਾਂ ਸਾਰਾ ਕੁਝ ਸਿਸਟਮ ਠੀਕ ਹੋ ਜਾਣਾ। ਉਹ ਟਾਰਗੇਟ ਲੈ ਕੇ ਜਦੋਂ ਚੱਲਦੇ ਨੇ ਤੇ ਫਿਰ ਉੱਥੇ ਉਹ ਸਫਲਤਾ ਵੀ ਹਾਸਲ ਕਰ ਰਹੇ ਨੇ। ਮੈਂ ਇਹਨਾਂ ਨੂੰ ਕਿਹਾ ਕਿ ਐਂਟੀ ਡਰੱਗ ਡੇ ਆਉਣਾ ਜੂਨ ਵਿੱਚ। ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਕਰਨਾਲ ਪਹੁੰਚੇ। ਇਸ ਦੌਰਾਨ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੈਡ ਸਿਕਿਉਰਿਟੀ ਦੇਣ ਦੇ ਮਾਮਲੇ ਵਿੱਚ ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਇਹ ਸਿਕਿਉਰਿਟੀ ਕਿਉਂ ਦਿੱਤੀ ਗਈ ਹੈ, ਇਸ ਦਾ ਜਵਾਬ ਤਾਂ ਸਿਰਫ ਉਹੀ ਦੱਸ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਹੋਰ ਕੀ कुछ गलबात की है, आओ सुनते हैं। राजनीति करने वालों ने ये कहा कि अगर किसान राजनीति में आ गया तुम्हारी पट्टी पोंछ देगा सबकी, इसलिए उन्होंने कहा नहीं नहीं नहीं, किसानों को तो बहुत दूर रहना चाहिए राजनीति से। क्यों, क्या बात, हम चपरासी लग गए, हम हाल चलाने के नाम की रह गए, हम कलम नहीं चला सकते। हम कलम भी चला सकते हैं, उनसे अच्छी चला सकते हैं। बेईमान लोग राजनीति में बैठ गए और ये हमारे साथ वो हो रहा है कि वो नकटे कह रहे हैं कि वो देखो कितने बड़े बड़े नाक वाले आगे, कभी उनके ऊपर इल्जाम ला दे कि आप नकटे हो। हमारे साथ वो होता है, जो राजनीति में जा रहे हैं वही कहते हैं इनको राजनीति नहीं करनी चाहिए। तो पहले वो जो हमें कहते हैं कि इन्हें राजनीति नहीं करनी चाहिए, पहले वो मंदिर में गुरुद्वारे में बढ़ के नेम करें कि वो कभी राजनीति नहीं करें। गुरनाम सिंह चड़ूनी हरियाणा से संबंध रखते हैं, क्या ये मोर्चा हरियाणा में भी जारी रहेगा जब विधानसभा चुनाव आएंगे? अभी 3-4 दिन में इसका फाइनल करेंगे और बिल्कुल रहेगा, पूरे देश में रहेगा। कल हरियाणा में नहीं, पूरे देश में रहेगा।
पूरे देश का किसान जब तक राजनीति से नहीं जुड़ेगा तब तक हम कोई कानून किसान के पक्ष के नहीं बनवा सकते। क्या पंजाब में क्या माहौल है, किसकी सरकार बन रही है? देखिए समझा तो होगा आपने। देखिए सरकार किसी की बने हमें नहीं पता, लेकिन हमने एक पौधा जो लगाया है उस पौधे को हम सींचते रहेंगे, पानी देते रहेंगे और वो हरा होता फिर भी कौन है नंबर 1 पार्टी, कौन हो सकती है? नहीं, ये मैं कुछ नहीं कह सकता कौन होगा। कितनी सीटें आ रही है सर आपकी? ये यार मेरे पास तो कोई ऐसी मशीन नहीं है जो गिनने से पहले ही बता दे हमारी। देखिए ये तो वो जाने उसको Z+ सिक्योरिटी क्यों दी है, क्या है, क्या ड्रामा है, मैं तो उसके बारे में कुछ। आपको लगता है कि जो उन्होंने कहा कि इस पार्टी को वोट जाना चाहिए उसका प्रभाव रहा होगा पंजाब में? देखिए वैसे तो जो संत महात्मा होते हैं ना, मेरे ख्याल से उनको किसी तरफ नहीं जाना चाहिए, क्योंकि या तो संत महात्मा बने ना, और अगर बन गए हैं तो फिर उनको न्यूट्रल रहना अच्छा रहता है राजनीति में। देखो फिर वही चीज हमारे वाली है, अब या तो हम बिल्कुल न्यूट्रल रहें कि हम नहीं किसी की करेंगे, या हम फिर राजनीति करें तो पूरी करें, वही साधु संतों का होना चाहिए। या तो राजनीति करें ही ना करें, फिर सामने आके कर ले, फिर क्या है। अगर देखो अगर आज राम रहीम जी ये कहते कि ठीक है मैं तो राजनीति करूंगा, तो कोई पार्टी बोलती हम समझौता करेंगे, बोलती तो ये जो इनडायरेक्ट करनी है ना, वो मेरे ख्याल से कहीं ना कहीं नुकसान करती है। ਤੇ ਉਧਰ ਕਿਸਾਨ ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਧਰਨਾ ਦਿੱਤਾ। ਇੱਥੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਲਤ ਇਤਿਹਾਸ ਪੜ੍ਹਾਉਣ ਦੇ ਇਲਜ਼ਾਮ ਲੱਗੇ ਸਨ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਸਾਜ਼ਿਸ਼ ਤਹਿਤ ਹੀ ਸਕੂਲਾਂ ਵਿੱਚ ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ ਅਤੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਸਕੂਲਾਂ ਵਿੱਚ ਗਲਤ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦੇ ਹਾਂ। ਇਹਦੇ ਵੱਲੋਂ ਆ ਹਿਸਟਰੀ ਆਫ ਪੰਜਾਬ ਜਿਹੜੀ ਆ ਇਸ ਨਾਂ ਦੀ ਕਿਤਾਬ ਇੱਕ ਪਬਲਿਸ਼ ਕੀਤੀ ਗਈ ਹੈ +2 ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਇਸ ਕਿਤਾਬ ਦੇ ਵਿੱਚ ਜਿਹੜਾ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਦਿਆਂ ਹੋਇਆਂ ਇਹ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੀ ਹਿੰਦੂ ਰੀਤੀ ਰਿਵਾਜ ਦੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾਈ, ਕੋਈ ਨਵਾਂ ਧਰਮ ਨਹੀਂ ਚਲਾਇਆ, ਔਰ ਇੱਥੋਂ ਤੱਕ ਹੈ ਕਿ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਧਰਮ ਦੇ ਪ੍ਰਚਾਰਕ ਦੱਸਿਆ ਗਿਆ। ਔਰ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਤੇ ਉਹਨਾਂ ਨੇ ਉਹ ਵਿਦਰੋਹੀ ਹੋ ਗਏ ਤੇ ਹਾਂਸੀ ਅਤੇ ਸਤਲੁਜ ਦਰਿਆ ਦੇ ਇਲਾਕੇ ਦੇ ਅੰਦਰ ਉਹਨਾਂ ਨੇ ਗਦਰ ਮਚਾ ਦਿੱਤਾ ਤੇ ਫਿਰ ਉੱਥੇ ਉਹਨਾਂ ਨੇ ਲੁੱਟਾਂ ਜਿਹੜੀਆਂ ਸੀ ਉਹ ਲੁੱਟਾਂ ਕਰਨੀਆਂ ਸ਼ੁਰੂ ਕਰਤੀਆਂ, ਡਕੈਤੀਆਂ ਮਾਰਨੀਆਂ ਸ਼ੁਰੂ ਕਰਤੀਆਂ, ਕਤਲੋਗਾਰਤ ਕਰਵਾਈ, ਜਿਸ ਤੇ ਸਰਕਾਰ ਨੇ ਉਹਨੂੰ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਨੂੰ ਤੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਤੇ ਫਿਰ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਤੇ ਗਵਾਲੀਅਰ ਦੇ ਕਿਲੇ ਦੇ 4 ਦਰਵਾਜ਼ਿਆਂ ਨਾਲ ਢੱਕ ਦਿੱਤੇ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਨ ਉਹ ਮਜ਼ਲੂਮਾਂ ਦਾ ਖੂਨ ਚੂਸਣ ਵਾਲੇ ਤੇ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲੇ ਜਿਹੜੇ ਸੀ ਇੱਕ ਰਾਖਸ਼ ਸਨ। ਇਸ ਤਰ੍ਹਾਂ ਦਾ ਇਹ 'ਚ ਲਿਖ ਕੇ ਦੇ ਬੱਚਨ ਪੜ੍ਹੇ। ਔਰ ਇੱਕ ਚੀਜ਼ ਇਹ 'ਚ ਹੋਰ ਬੜੀ ਖਤਰਨਾਕ ਲਿਖੀ, ਮਤਲਬ ਕਿ ਜਿਹੜੀ ਆ ਉਹ ਗਲਤ ਲਿਖੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੱਟ ਬਰਾਦਰੀ ਨੂੰ ਨਾਲ ਰੱਖਣ ਵਾਸਤੇ ਆਪਣੇ ਪਿਤਾ ਦਾ ਬਦਲਾ ਲੈਣ ਲਈ ਤੇ ਇਹਨਾਂ ਨੂੰ ਜਿਹੜਾ ਸੀ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇੱਕ ਬੜੀ ਵੱਡੀ ਸਾਜ਼ਿਸ਼ ਹੈ ਕਿ ਸਿੱਖ ਧਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਤਹਿਤ ਹੀ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੀਆਂ ਨੇ ਇੱਕ ਤਾਂ ਅੱਜ ਹੁਣੇ ਮੈਨੂੰ ਚਿੱਠੀ ਜਿਹੜੀ ਆ ਉਹ ਆ ਚੁੱਕੀ ਆ। ਆ ਚਿੱਠੀ ਜਿਹੜੀ ਆ ਇਹ ਮੇਰੇ ਕੋਲ ਹੈ। ਆ ਜਿਹੜੀ ਹੁਣ ਪੜਤਾਲੀ ਅਫਸਰ ਵੱਲੋਂ ਆਈ ਆ ਕਿ ਠੀਕ ਹੈ ਅਸੀਂ ਜਿਹੜੀ ਪੜਤਾਲ ਕਰਾਂਗੇ, ਉਹਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਕੈਮਰੇ ਤੇ ਹੋਏਗੀ। ਅੱਜ ਹੀ ਚਿੱਠੀ ਜਿਹੜੀ ਆ ਉਹ ਆਈ ਆ। ਹੁਣ ਸਾਡੀ 25 ਤਰੀਕ ਨੂੰ ਜਿਹੜੀ ਆ ਇਸ ਕਿਤਾਬ ਦੇ ਸੰਬੰਧ ਵਿੱਚ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਜਿਹੜੀ 25 ਫਰਵਰੀ ਤੇ ਰਾਮ ਰਹੀਮ ਦੀ ਸੁਰੱਖਿਆ ਤੇ SGPC ਨੇ ਵੀ ਇਤਰਾਜ਼ ਜਤਾਇਆ ਹੈ ਅਤੇ ਸਰਕਾਰ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਨੇ। SGPC ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਸਿੱਖ ਕੈਦੀਆਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ, ਪਰ ਰੇਪ ਦੇ ਦੋਸ਼ੀਆਂ ਨੂੰ ਕਿਉਂ ਪੈਰੋਲ ਦਿੱਤੀ ਗਈ। ਉਹਨਾਂ ਕਿਹਾ ਕਿ ਪਹਿਲਾਂ ਫਰਲੋ ਦਿੱਤੀ ਤੇ ਹੁਣ ਸੁਰੱਖਿਆ ਦਿੱਤੀ। ਉਹਨਾਂ ਕਿਹਾ ਕਿ ਜਿਸ ਬੰਦੇ ਨੇ ਜੇਲ੍ਹ ਵਿੱਚ ਰਹਿਣਾ ਉਸ ਨੂੰ Z+ ਸੁਰੱਖਿਆ ਕਿਉਂ ਮੁਹੱਈਆ ਕਰਵਾਈ ਗਈ ਹੈ। ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਮਹਿਲ ਗੁਰੂ ਸਾਹਿਬ ਜੀ ਦੇ ਇਹ ਸਥਾਪਿਤ ਕੀਤੇ ਗਏ। ਇੱਥੋਂ ਗੁਰੂ ਕੇ ਸਿੱਖ ਨੇ ਇੱਕ ਓੰਕਾਰ ਤੋਂ ਲੈ ਕੇ 18 ਦਸਵੀਸ ਤੱਕ ਪਵਿੱਤਰ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਸ਼ਬਦ ਨਾਲ ਜੋੜਨਾ। ਇਹੋ ਹੀ ਇਹ ਲੋਕ ਤੇ ਪਰਲੋਕ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸੁੱਖ ਬਖਸ਼ਿਸ਼ ਕੀਤਾ। ਸੋ ਅੱਜ ਇਹ ਜਿਹੜਾ ਵੱਡਾ ਕਾਰਜ ਸੀ ਇਹ ਬਾਬਾ ਜੀ ਨੇ ਸੰਪੂਰਨ ਕੀਤਾ। ਪ੍ਰਧਾਨ ਸਾਹਿਬ ਜਿਹੜਾ ਡੇਰਾ ਸੱਚਾ ਸੌਦਾ ਨੂੰ ਪਰੋਲ ਦਿੱਤੀ ਗਈ ਤੇ Z ਸਿਕਿਉਰਿਟੀ ਵੀ ਦੇ ਦਿੱਤੀ ਗਈ, ਇਹਦੇ ਬਾਰੇ ਕੀ? ਦੇਖੋ ਜਿਹੜਾ ਬੰਦਾ
ਆਪ ਜੁਰਮੀ ਹੋਵੇ, ਜੁਰਮੀ ਕਹਿਣ ਦਾ ਭਾਵ ਜਿਹਨੂੰ ਕੋਰਟ ਨੇ ਗਿਲਟੀ ਹੋਲਡ ਕੀਤਾ, ਗਿਲਟੀ ਹੋਲਡ ਨਹੀਂ ਕੀਤਾ, ਸਜ਼ਾ ਵੀ ਦੇ ਦਿੱਤੀ ਔਰ ਸਜ਼ਾ ਵੀ ਘਿਨਾਉਣਿਆਂ ਜੁਰਮਾਂ ਦੇ ਵਿੱਚ ਦਿੱਤੀ। ਤੇ ਅਸੀਂ ਤਾਂ ਪਹਿਲਾਂ ਵੀ ਉਹਦਾ ਵਿਰੋਧ ਕੀਤਾ ਸੀ ਵੀ ਜੇ ਗੁਰੂ ਕੇ ਸਿੱਖ ਜਿਹੜੇ 37 ਸਾਲ ਤੋਂ ਸਾਡੇ ਪੁਰਾਣੇ ਬੱਚੇ ਜਿਹੜੇ ਵੀਰ ਸਾਡੇ ਹੁੰਦੇ ਸੀ ਉਹ ਅੱਜ ਬਜ਼ੁਰਗ ਹੋ ਗਏ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਤਾਂ ਜੇ ਅਸੀਂ ਪਰੋਲ ਲੈਣੀ ਰਾਜੋਆਣੇ ਦੀ ਤਾਂ 1 ਘੰਟੇ ਦੇ ਸਾਨੂੰ ਹਾਈ ਕੋਰਟ 'ਚ ਵਕੀਲ ਕਰਨੇ ਪੈਂਦੇ ਆ, ਉਹ ਵੀ ਪਰੋਲ ਨਹੀਂ ਦਿੱਤੀ ਗਈ, ਉਹ ਕੇਵਲ 1 ਘੰਟੇ ਦੀ ਛੁੱਟੀ ਦਿੱਤੀ ਗਈ, ਪੁਲਿਸ ਵਿਦ ਸਿਕਿਉਰਿਟੀ ਉਹ ਆਏ। ਤੇ ਇਹਨਾਂ ਨੂੰ 3 ਸਾਲਾਂ ਦੇ ਬਾਅਦ ਹੀ ਆਪਾਂ ਅੱਜ ਪਰੋਲ ਤੇ ਰਿਹਾ ਕਰ ਰਹੇ ਹਾਂ। ਇਹ ਮੈਂ ਸਮਝਦਾ ਇੱਕ ਸਮਾਜ ਲਈ ਵੀ ਤੇ ਇਹ ਸਾਰਿਆਂ ਲਈ ਸਾਡੇ ਲਈ ਇੱਕ ਚੰਗਾ ਸੰਦੇਸ਼ ਨੇ। ਫਿਰ ਜੈਡ ਸਿਕਿਉਰਿਟੀ ਜਿਹੜੀ ਦੇਣੀ, ਜਿਹੜੇ ਬੰਦੇ ਨੇ ਅੰਦਰ ਹੀ ਰਹਿਣਾ ਉਹਨੂੰ ਜੈਡ ਸਿਕਿਉਰਿਟੀ ਦੀ ਕੀ ਲੋੜ ਆ, ਕਿਉਂਕਿ ਜਿਹਦੇ ਕੁਝ ਆਦੇਸ਼ ਸੀਗੇ। ਸੋ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਕੋਈ ਹੋਰ ਉਹਨਾਂ ਦੇ ਸਰਕਾਰ ਇਹ ਦੱਸ ਸਕਦੀ ਕੀ ਇਹਦਾ ਕਾਰਨ ਹੈ। ਜਿਹੜਾ ਵੋਟਾਂ ਦੇ ਵਿੱਚ ਹੀ ਇਹ ਪਰੋਲ ਮਿਲਣੀ, Z+ ਸਿਕਿਉਰਿਟੀ ਮਿਲਣੀ, ਦੇਖੋ ਜਿਹੜਾ ਵੋਟਾਂ ਦਾ ਮਸਲਾ ਮੈਂ ਤਾਂ ਪਹਿਲਾਂ ਵੀ ਕਿਹਾ ਸੀ, ਇਹਦੇ ਬਾਰੇ ਮੈਂ ਪਹਿਲਾਂ ਵੀ ਬਿਆਨ ਦੇ ਚੁੱਕਾ ਕਿ ਇਹਦੇ ਪਿੱਛੇ ਇਹ ਜਿਹੜੇ ਸਾਡੇ ਆਕਾ ਸਰਕਾਰਾਂ ਆ ਉਹਨਾਂ ਦਾ ਕੋਈ ਅਲਟੀਰੀਅਰ ਮੋਟਿਵ ਇਹਦੇ ਪਿੱਛੇ ਸੀਗਾ। ਉਹ ਜਿਹੜਾ ਉਹਦੇ ਵਿੱਚ ਅਸੀਂ ਖੱਟੜ ਸਾਹਿਬ ਤੋਂ ਟਾਈਮ ਵੀ ਮੰਗਿਆ ਸੀ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇੱਕ ਡੈਪੂਟੇਸ਼ਨ ਮਿਲਣਾ ਚਾਹੁੰਦੇ ਹਾਂ, ਪਰ ਉਹਨੇ ਫਿਰ ਸਾਨੂੰ ਟਾਈਮ ਹੀ 20 ਤੋਂ ਬਾਅਦ ਦਾ ਦਿੱਤਾ ਤੇ 20 ਤਾਂ ਹੁਣ ਵੋਟਾਂ ਦੇ ਮੁੱਕੇ ਗਈਆਂ ਸਾਡੀਆਂ। ਹਰਿਆਣੇ ਦੀ ਵੀ ਚੋਣ ਆ ਰਹੀ ਹੈ ਕਿ ਉਹਦੇ ਮਕਸਦ ਨਾਲ ਚਲੋ ਇਹ ਤਾਂ ਕਿਉਂਕਿ 20 ਦਿਨ ਦੀ 21 ਦਿਨ ਦੀ ਉਹ ਪਰੋਲ ਦੱਸਦੇ ਆ ਤੇ ਗਾਂ ਅਸੀਂ ਫਿਰ ਜੇ ਕੋਰਟਾਂ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਖੜਕਾਵਾਂਗੇ ਜਾ ਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨਾ ਬਿੰਨਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਪਾਰਟੀ ਸ਼ਮਸ਼ਾਨ ਘਾਟ ਬਣਾਉਣ ਦੀ ਗੱਲ ਕਰਦੀ ਹੈ, ਜਦਕਿ ਉਹਨਾਂ ਦੀ ਪਾਰਟੀ ਹਸਪਤਾਲ ਬਣਾਉਣ ਦੀ ਵਕਾਲਤ ਕਰਦੀ ਹੈ, ਜਿਵੇਂ ਕਿ ਉਹਨਾਂ ਦੀ ਸਰਕਾਰ ਨੇ ਦਿੱਲੀ ਵਿੱਚ ਕਰਕੇ ਵਿਖਾਇਆ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਗਏ ਹਨ, ਜਿਨ੍ਹਾਂ ਵਿੱਚ ਜੱਜ ਅਤੇ ਅਧਿਕਾਰੀਆਂ ਦੇ ਵੀ ਬੱਚੇ ਪੜ੍ਹਦੇ ਹਨ ਅਤੇ ਗਰੀਬ ਰਿਕਸ਼ੇ ਵਾਲੇ ਦਾ ਵੀ ਬੱਚਾ पढ़ता है। भाई साहब, दिल्ली में हमने खूब काम करे। भगत सिंह का सपना था, भगत सिंह का सपना था कि अगर देश आजाद केवल अंग्रेजों के जाने से नहीं होगा, देश आजाद होगा जब इस देश के अंदर हर गरीब और हर अमीर के बच्चे को अच्छी शिक्षा मिलेगी। मैं आपसे पूछना चाहता हूं, सरकारी स्कूलों में अच्छी शिक्षा मिलती है क्या? तो इस देश में तो केवल अमीरों को शिक्षा मिलती है, गरीबों के बच्चों को तो कोई शिक्षा नहीं मिलती। और इन्होंने जानबूझ के सरकारी स्कूलों का बेड़ा गर्क कर रखा है ताकि गरीब गरीब रहे, अमीर अमीर होता रहे। गरीबों के बच्चे सरकारी स्कूलों में जाते हैं, इनके अपने बच्चे लंदन पढ़ने जाते हैं, अमेरिका पढ़ने जाते हैं, बड़े बड़े स्कूलों में जाते हैं। बाबा साहब अंबेडकर ने सबसे ज्यादा, बाबा साहब अंबेडकर को कौन कौन मानता है, जरा हाथ खड़े करो। बाबा साहब अंबेडकर, मैं समझता हूं विश्वास नहीं होता कि ऐसा आदमी कभी पैदा भी हुआ था। बाबा साहब अंबेडकर ने एक गरीब घर में पैदा हुए, इतने गरीब घर में पैदा हुए और उन्होंने अमेरिका से और लंदन से पीएचडी की डिग्री करी। सोचो उस जमाने में 1916 में, 100 साल पहले। मैं तो सोचता हूं आज तो इंटरनेट है, पता नहीं उस टाइम पता भी कैसे चला होगा, फॉर्म कहां से मिलता है, कैसे अप्लाई करते हैं। उन्होंने खूब पढ़ाई करी, खूब पढ़ाई करी और उन्होंने एक ही शिक्षा दी कि अगर हमें आगे बढ़ना है, देश को आगे बढ़ना है, तो इस देश के गरीब और अमीर बच्चे को अच्छी शिक्षा मिलनी चाहिए। तो दोस्तों, दिल्ली में भी आज से 7 साल पहले जब मैं मुख्यमंत्री बना, दिल्ली में सरकारी स्कूलों का बहुत बुरा हाल था। डेस्क नहीं थे, दीवारें टूटी पड़ी थी, बाथरूम से सड़ांध आती थी, टीचर पढ़ाते नहीं थे, बच्चों को कोई बेचारा गरीब आदमी बच्चों को सरकारी स्कूल में भेजने को राजी नहीं था। आज मैं चैलेंज के साथ कहता हूं, भाई साहब, इतने सारे लोग हैं आपके दिल्ली में, यार दोस्त रिश्तेदार रहते होंगे, फोन करके पूछ लेना। दिल्ली के सरकारी स्कूल इतने शानदार कर दिए कि प्राइवेट स्कूलों से इस साल सरकारी स्कूल इतने शानदार कर दिए, इतने शानदार कर दिए, इस साल दिल्ली में 3,70,000 बच्चों ने अपने बड़े बड़े प्राइवेट स्कूलों से नाम कटा के सरकारी स्कूलों में भर्ती हुए हैं। 3,70,000 बच्चे
प्राइवेट स्कूल, बड़े बड़े अमीरों के बच्चे अब सरकारी स्कूलों में पढ़ रहे हैं। ਮੋਗਾ ਵਿੱਚ ਅਦਾਕਾਰ ਸੋਨੂ ਸੂਦ ਦੇ ਖਿਲਾਫ ਦਰਜ FIR ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਹੁਣ ਸੋਨੂ ਸੂਦ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਦੱਸਦੀ ਕਿ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਸੀ ਤੇ ਮੋਗਾ ਦੇ ਵਿੱਚ ਸੋਨੂ ਸੂਦ ਦੇ ਖਿਲਾਫ FIR ਦਰਜ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਚੋਣ ਜ਼ਾਬਤਾ ਦੀ ਉਲੰਘਣਾ ਦੇ ਚੱਲਦਿਆਂ ਇਹ ਮਾਮਲਾ ਸੋਨੂ ਸੂਦ ਤੇ ਦਰਜ ਕੀਤਾ ਗਿਆ ਸੀ। ਜਿਹੜੇ ਜ਼ਿਲ੍ਹਾ ਮੈਜਿਸਟਰੇਟ ਜੀ ਦੇ ਆਰਡਰ ਸੀ ਕਿ 18 ਫੈਬਰਵਰੀ ਤੋਂ ਬਾਅਦ ਲੈ ਕੇ 24 ਆਵਰਸ ਦਾ ਡੇ ਆਫਟਰ ਪੋਲਿੰਗ ਕਿ ਕੋਈ ਵੀ ਫੈਮਿਲੀ ਮੈਂਬਰ ਜਾਂ ਉਹਨਾਂ ਦੇ ਦੋਸਤ ਜਾਂ ਕੋਈ ਵੀ ਰਿਲੇਟਿਵ ਏਰੀਆ ਦੇ ਵਿੱਚ ਜਿਨ੍ਹਾਂ ਦੀ ਵੋਟ ਨਹੀਂ ਹੈਗੀ ਉਹ ਨਹੀਂ ਰੁਕ ਸਕਦੇ, ਤਾਂ ਉਸ ਅਕੋਰਡਿੰਗ ਉਹਨਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸ ਤੋਂ ਉਹਨਾਂ ਨੂੰ ਜਾਣੂ ਕਰਵਾ ਕੇ 188 188 ਦੀ FIR 29 ਨੰਬਰ ਸਿਟੀ 1 ਥਾਣੇ ਦਰਜ ਕੀਤੀ ਗਈ ਸੀ। ਤੇ ਸਰ ਆਪਣਾ ਇਹਦੇ ਚ ਕੀ ਵੇਲੇਬਲ ਅਫੈਂਸ ਹੈ ਸਰ, ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਸੀ? ਜੀ ਇਹ 'ਚ ਵੇਲੇਬਲ ਅਫੈਂਸ ਉਹਨਾਂ ਦੀ ਕਾਰ ਉਦੋਂ ਸੀਜ਼ ਕਰ ਲਈ ਗਈ ਸੀ ਤੇ ਉਹਨਾਂ ਦੀ ਇਹ 'ਚ ਜ਼ਮਾਨਤ ਹੋ ਗਈ ਸੀ, ਉਹਨਾਂ ਨੇ ਲੈ ਲਈ ਸੀ ਤੇ ਉਸ ਤੋਂ ਬਾਅਦ ਹੁਣ ਨੈਕਸਟ ਇਨਵੈਸਟੀਗੇਸ਼ਨ ਅਸੀਂ ਕਰਕੇ ਇਹਨੂੰ ਕਿਸੇ ਪਾਸੇ ਲਾਵਾਂਗੇ। ਉਹਨਾਂ ਨੂੰ ਆਪ ਹੀ ਪੇਸ਼ ਹੋਣਾ ਪਏਗਾ, ਜਿਵੇਂ ਨਾਰਮਲ FIR ਦੇ ਵਿੱਚ ਜੋ ਪ੍ਰੋਸੀਜਰ ਫੋਲੋ ਕਰਦੀ ਹੈ ਪੁਲਿਸ, ਉਹੀ ਫੋਲੋ ਕੀਤਾ ਜਾਏਗਾ, ਚਲਾਨ ਪੇਸ਼ ਹੋਏਗਾ। ਇਹਦੇ ਵਿੱਚ ਜਿਹੜੀ ਉਹਨਾਂ ਦੀ ਕਾਰ ਆ ਉਹ ਥਰੂ ਕੋਰਟਸ ਬਰਦਾਰੀ ਲੈ ਕੇ ਉਹ ਅਪਲਾਈ ਕਰਕੇ ਉਹਨਾਂ ਨੂੰ ਉਦੋਂ ਰਿਲੀਜ਼ ਕੀਤੀ ਜਾਊਗੀ ਜਦੋਂ ਆਰਡਰ ਲੈ ਕੇ ਆਉਣਗੇ।